पंजाब की मानसा पुलिस ने किसानों के ऊपर मामले दर्ज किए हैं। बता दें कि मानसा में दलित युवक की मृत्यु के मामले में एससी कमीशन के चेयरमैन विजय सांपला ने पीड़ित परिवार के पास पहुंचना था, लेकिन किसानों के विरोध के चलते वह नहीं पहुंच सके। इसी के चलते पुलिस ने किसानों के ऊपर मामले दर्ज किए हैं। आइए आपको सुनाते हैं कि इस मामले में मानसा के एसएसपी का क्या कहना है। देखो, दो अलग अलग FIR दर्ज की जिदा ऑनरेबल चेयरपर्सन साहब ने तुहानूं दस्सिया हैगा। एक FIR ऑब्स्ट्रक्शन का दर्ज किया गया है तो दूजा FIR जिहड़ा हैगा जिहड़ी कंप्लेंट विक्टिम फैमिली वालों दी गई हैगी उहदे च FIR दर्ज किया जा रहा है जिहड़ा 69 नंबर सिटी बुलाड़ा दस्सिया हैगा उन्होंने। तो उस तो बाद इन्वेस्टिगेशन टेकअप किया जाएगा। पोस्टमार्टम उहदा हो चुका है, उहदी रिपोर्ट के बाद जिहड़ी भी कार्रवाई बनती हैगी वो असीं आगे। सर थोड़ी डिटेल दे दो कि जिहड़े बच्चे की मौत हुई सी ਉਹਦੇ ਕਿਹਦੇ खिलाफ कार्रवाई हुई है, अंडर सेक्शन की है और शुरुआती जांच दोषी कौन है? देखो, अभी FIR दर्ज कर रहे हैं हम आज, उसके बाद में डिटेल इन्वेस्टिगेशन का जो पार्ट है वो हम आपके साथ साझा कर देंगे। अंडर सेक्शन SC/ST एक्ट एंड 304 IPC। फिलहाल अज्ञात के खिलाफ वो मैं देख लेता हूँ कंप्लेंट के अंदर क्या दिया हुआ है उन्होंने, देख के बता दूँ। और सर सेकंड जो मामले की बात कर रहे हैं किसानों के खिलाफ मामला दर्ज हुआ है, 6 लोगों के खिलाफ मुकदमा दर्ज है बाई नेम, और उसके अलावा काफ़ी सारे अज्ञात। उसमें सर IPC धारा ऑब्स्ट्रक्शन के सेक्शन अपना 188 डिजास्टर मैनेजमेंट एक्ट SC/ST एक्ट एंड 283 IPC। सर लगता नहीं सांपला साहब वहाँ गए भी नहीं, फिर भी ऐसे एक्ट लग गया, रोकने की कोशिश तो नहीं की गई? ये एज पर लॉ के प्रोविजंस हैं, उसमें डिटेल आपको मैं समझा दूंगा कैसे लगा है। SC एक्ट में पहले गिरफ्तारी होती है सर? इन्वेस्टिगेशन टेकअप होगी जी, इन्वेस्टिगेशन टेकअप होने के बाद जो कार्रवाई बनती है वो करेंगे हम। सर फैमिली फिलहाल सैटिस्फाइड है ਤੁਹਾਡੀ ਪੁਲਿਸ ਦੀ ਕਾਰਵਾਈ ਤੋਂ? ਹੁਣ ਚੇਅਰਪਰਸਨ ਸਾਹਿਬ ਨੂੰ ਮਿਲ ਲਿਆ ਹੈਗਾ, ਚੇਅਰਪਰਸਨ ਸਾਹਿਬ ਨੇ ਤੁਹਾਨੂੰ ਦੱਸਤਾ ਹੈਗਾ ਕਿ ਫੈਮਿਲੀ ਦਾ ਸੈਟੀਸਫੈਕਸ਼ਨ ਲੈਵਲ ਕੀ ਹੈਗਾ, ਤੇ ਉਸ ਤੋਂ ਬਾਅਦ ਸਾਡਾ ਕੰਮ ਹੈਗਾ ਕਾਨੂੰਨੀ ਕਾਰਵਾਈ ਕਰਨਾ ਜਿਹੜੀ ਅਸੀਂ ਕਰ ਰਹੇ ਹਾਂ। SHO ਫਿਲਹਾਲ ਸਸਪੈਂਡ ਕੀਤਾ ਗਿਆ ਉਸ ਮਾਮਲੇ 'ਚ ਪਹਿਲਾਂ ਵਾਲੇ 'ਚ? ਦੱਸਿਆ ਤੁਹਾਨੂੰ ਹੁਣੇ ਹੀ ਚੇਅਰਪਰਸਨ ਸਾਹਿਬ ਨੇ ਕਿ ਹਾਂਜੀ ਸਸਪੈਂਡ ਕੀਤਾ ਗਿਆ। ਦੇਖੋ ਜੀ, ਮੈਂ ਇਹ ਗੱਲ ਤੇ ਹਾਂ ਉਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਸੀ ਉਹ ਮਿਲਣੀ ਚਾਹੀਦੀ ਹੈ ਜੀ। ਜਿਹੜਾ ਇਹਨਾਂ ਦਾ ਸਾਪਲਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਮੈਂ ਤੁਹਾਡਾ ਸਾਰਿਆਂ ਦੀ ਧੰਨਵਾਦ ਕਰਦਾ ਜਿਹੜਾ ਮੇਰੇ ਮੁੰਡੇ ਦਾ ਇਨਸਾਫ। ਨਹੀਂ, ਸਾਂਪਲਾ ਜੀ ਆਏ ਸੀ ਅੱਜ ਪਿੰਡ 'ਚ ਵੜਨ ਨਹੀਂ ਦਿੱਤਾ ਗਿਆ ਉਹਨਾਂ ਨੂੰ। ਹਾਂਜੀ, ਕੀ ਤੁਹਾਡੇ ਭਾਈਚਾਰੇ ਦੇ ਲੋਕ ਵੀ ਉੱਥੇ ਸੀਗੇ, ਕੀ ਕਹੋਗੇ ਉੱਥੇ ਜੀ? ਉਹਨਾਂ ਨੇ ਵੜਨ ਦਿੱਤਾ, ਉਹਨਾਂ ਦਾ ਤਾਂ ਕੋਈ ਉਹ ਨਹੀਂ ਸੀ ਜੀ। ਮੇਰਾ ਤਾਂ ਇਨਸਾਫ ਦਾ ਸੀ, ਮੇਰਾ ਤਾਂ ਪਤਾ ਲੈਣ ਆਏ ਸੀਗੇ ਜੀ। ਇਹ ਦੁੱਖ ਦਰਦ ਵੰਡਾਉਣ ਆਏ ਸੀਗੇ, ਉਹਨਾਂ ਨਾਲ ਤਾਂ ਕਿਸੇ ਨਾਲ ਇਹਨਾਂ ਦਾ ਰੌਲਾ ਹੀ ਨਹੀਂ ਹੈਗਾ ਸੀਗਾ ਜੀ। ਤੁਸੀਂ ਸੰਤੁਸ਼ਟ ਹੋ ਹੁਣ ਜਿਹੜਾ ਸਾਂਪਲਾ ਜੀ ਕਰਕੇ ਗਏ? ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਧੰਨਵਾਦ ਜੀ ਉਹਨਾਂ ਦਾ। ਮੈਂ ਸਟੂਡੈਂਟ ਨਾਲ ਦੋਸ਼ੀਆਂ ਨੂੰ ਉਹ ਮਿਲ ਜੂਗਾ ਜੀ। ਕੀ ਵਿਸ਼ਵਾਸ ਦਵਾਇਆ ਉਹਨਾਂ ਨੇ, ਸਾਂਪਲਾ ਜੀ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ? ਸਾਨੂੰ ਹਾਂ ਜੀ, ਪਰਚਾ ਕਰਤਾ ਜੀ, ਪਰਚਾ ਹੋ ਗਿਆ ਜੀ ਉਹਨਾਂ ਦੇ, ਆਮਜਾ ਦਿੱਤਾ ਜੀ ਉਹਨਾਂ ਨੇ। ਕਿੰਨਾ? 8 ਲੱਖ ਰੁਪਈਆ ਜੀ। ਮਿਲ ਗਿਆ ਚੈੱਕ? ਨਹੀਂ ਮਿਲਿਆ ਨਹੀਂ ਜੀ ਚੈੱਕ। ਵਿਸ਼ਵਾਸ ਦਵਾਇਆ। ਇੱਕ ਮਿੰਟ ਜੀ, ਪੁਲਿਸ ਦੇ ਨਾਲ ਜਦੋਂ ਪਹਿਲਾਂ ਸਮਝੌਤਾ ਹੋਇਆ ਸੀ 5 ਲੱਖ ਰੁਪਏ ਦਾ ਗੱਲ ਆਈ ਸੀ, ਕਿੰਨੇ ਪੈਸੇ ਮਿਲੇ ਤੁਹਾਨੂੰ? ਉਹ ਚੋਂ 5 ਲੱਖ ਦਿੱਤਾ ਜੀ ਸਾਨੂੰ। ਉਹ ਵੀ ਸਾਨੂੰ ਜਿਹੜੇ ਮੂਹਰੇ ਸੀ ਬੰਦੇ, ਕੋਈ ਮੈਨੂੰ ਤਾਂ ਉਸਦਾ ਨਹੀਂ ਸੀ, ਜਿਹੜੇ ਮੂਹਰੇ ਬੰਦੇ ਸੀਗੇ ਜੀ ਉਹਨਾਂ ਨੇ ਦਿੱਤੇ ਸੀ, ਉਹਨਾਂ ਨੂੰ ਫੜਾ ਕੇ ਗਏ ਨੇ ਜੀ। ਕਿਉਂ ਅਸੀਂ ਤਾਂ ਰੋਂਦੇ ਫਿਰਦੇ, ਸਾਡੇ ਦਿਮਾਗ 'ਚ ਕੋਈ ਇਹੋ ਜਿਹੀ ਤੁਹਾਨੂੰ 5 ਲੱਖ ਮਿਲ ਗਿਆ ਉਹ? ਹਾਂਜੀ। ਹਾਂਜੀ, ਵੀ ਚੇਅਰਮੈਨ ਆਏ ਸੀਗੇ ਵੀ ਉਹਨਾਂ ਨੇ ਵੀ ਜਿਹੜੀ ਸਾਨੂੰ 4000 ਰੁਪਏ ਦੀ ਵੀ ਸਹਾਇਤਾ ਦਿੱਤੀ ਹੈਗੀ, ਵੀ ਉਹ ਆਖਦੇ ਨੇ ਵੀ 4000 ਰੁਪਏ 4 ਲੱਖ ਰੁਪਏ ਸਾਨੂੰ ਸਹਾਇਤਾ, ਤੇ ਵੀ ਉਹ ਬਣਦੀ ਵੀ ਜਿਨ੍ਹਾਂ ਨੇ ਮਨਪ੍ਰੀਤ ਦੇ ਵੀ ਗੁਨਾਹਗਾਰ ਨੇਗੇ ਵੀ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਊਗੀ। ਮਤਲਬ ਜੀ ਮਾਮਲਾ ਕੀ ਸੀਗਾ? ਤੁਸੀਂ ਵੀ ਗਏ ਸੀ ਥਾਣੇ ਲੈਣ, ਉਦੋਂ ਕਹੀ ਜੀ ਹਾਲਤ ਸੀ? ਕੌਣ ਸੀਗਾ ਉਦੋਂ ਜੀ? ਬਹੁਤ ਜ਼ਿਆਦਾ ਵੀ ਗੰਭੀਰ ਹਾਲਤ ਸੀ ਉਸ ਦੀ। ਕੀ ਸੀ ਮਾਮਲਾ, ਕੀ ਸੀ? ਲੜਾਈ ਕਿਸ ਕਾਰਨ ਹੋਈ ਸੀ, ਕੀ ਗੱਲ? ਲੜਾਈ ਜੀ ਉਹ ਨਾ ਛੋਟਾ ਜਿਹਾ ਕਤੂਰਾ ਲੈ ਕੇ ਆਂਦਾ ਸੀਗਾ। ਜਦੋਂ ਕਤੂਰਾ ਲੈ ਕੇ ਆਂਦਾ ਸੀਗਾ ਉਹ ਚੱਕ ਕੇ ਵੀ ਉਹ 6 ਵਜੇ ਬਾਹਰ ਲੈ ਗਿਆ ਸੀਗਾ, ਤੇ ਉਹ ਜਵਾਕ ਵੀ ਦੇਖਣ ਆ ਜਾਂਦੇ ਸੀਗੇ ਕਤੂਰੇ ਨੂੰ ਕਿ ਵੀ ਉਹ ਜਵਾਕ ਸੀਗੇ ਨਾਲ। ਉਹਨਾਂ ਨੇ ਕਤੂਰਾ ਡੇਗਤਾ, ਉਹਨੇ ਉਹਦੇ ਥੱਪੜ ਮਾਰਿਆ। ਉਹ ਆ ਲੌਕ ਇੱਟਾਂ ਜਿਹੀਆਂ ਲੱਗੀਆਂ ਹੋਈਆਂ ਸੀ, ਉਹ ਡਿੱਗ ਗਿਆ। ਉਹ ਜੇ ਥੱਪੜ ਮਾਰਿਆ ਇੱਥੋਂ ਜਦੋਂ ਖੂਨ ਨਿਕਲਿਆ ਆ, ਇਹਨੇ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਉਹ ਸਾਡੇ ਤੇ ਰਾਊਟ ਲਿਖਾ ਦੇਣਗੇ। ਤੇ ਇਹਨੇ ਵੀ 10 ਵਜੇ ਦਾ ਟਾਈਮ ਸੀਗਾ, ਉਦੋਂ ਪੁਲਿਸ ਲੈਣ ਆ ਗਈ ਸੀਗੀ। ਜਦੋਂ ਪੁਲਿਸ ਲੈਣ ਆ ਗਈ ਸੀਗੀ ਅਸੀਂ ਬਹੁਤ ਉਹਨਾਂ ਮੂਹਰੇ ਹੱਥ ਬੰਨੇ ਸੀਗੇ ਵੀ ਜੀ ਅਸੀਂ ਤੜਕੇ ਵੀ ਮੇਰੇ ਮੁੰਡੇ ਨੇ ਵੀ ਥੱਪੜ ਮਾਰਿਆ ਗਾ, ਵੀ ਗੁਨਾਹਗਾਰ ਹੈਗਾ, ਕਿਉਂ ਵੀ ਇਹਦਾ ਕਸੂਰ ਹੈਗਾ, ਵੀ ਅਸੀਂ ਤਾਂ ਇਹਨੂੰ ਵੀ ਤੜਕੇ ਲੈ ਕੇ ਆਵਾਂਗੇ।
ਤੇ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ। ਸਾਨੂੰ ਕਹਿੰਦੇ ਵੀ ਪਰੇ ਹੁੰਨੇ ਵਾਰ ਚੋ ਕੇ ਕਹਿੰਦੇ ਡੰਡੇ ਮਾਰ ਕੇ ਪਰੇ ਕਰੀਏ, ਧੱਕੇ ਦੇ ਕੇ ਪਰੇ ਕਰੀਏ। ਜਦੋਂ ਉਹਨਾਂ ਨੇ ਸਾਨੂੰ ਐਂ ਧਮਕੀਆਂ ਦਿੱਤੀਆਂ, ਇੰਨੇ ਉਹਨਾਂ ਨੇ ਪਏ ਮੇਰੇ ਮੁੰਡੇ ਨੂੰ ਉਠਾ ਲਿਆ ਬਾਂਹ ਫੜ ਕੇ। ਮੁੰਡਾ ਮੇਰਾ ਡਰਦਾ ਸੀਗਾ ਪੁਲਿਸ ਤੋਂ ਜੀ। ਉਹ ਕਹਿੰਦਾ ਮੰਮੀ ਮੈਂ ਨਾਲ ਲੈ ਕੇ ਜਾਊਂਗਾ, ਮੈਂ ਇਕੱਲਾ ਜਾਂਦਾ ਨਹੀਂ ਹੈਗਾ ਗਾ। ਫਿਰ ਵੀ ਅਸੀਂ ਉਹਨਾਂ ਮੂਹਰੇ ਬਹੁਤ ਹੱਥ ਬੰਨੇ ਸੀਗੇ, ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਜੀ। ਕਹਿੰਦੇ ਜਦੋਂ ਕਹਿੰਦੇ ਉੱਥੇ ਲਿਜਾ ਕੇ ਕਹਿੰਦੇ ਤੌਣੀ ਲਾਈ, ਨਾਲ ਦੀ ਨਾਲ ਦਿਮਾਗ ਸੈੱਟ ਕਰ ਦਾਂਗੇ। ਫਿਰ ਜਦੋਂ ਅਸੀਂ ਵੀ ਉੱਥੇ ਥਾਣੇ ਦੇ ਵਿੱਚ ਵੀ 2 ਜਣੇ ਲੈਣ ਵਾਗੇ ਸੀਗੇ ਮੁੰਡੇ ਨੂੰ, ਉਹਨਾਂ ਨੂੰ ਕਹਿੰਦੇ ਵੀ ਉਹਦੀ ਮੰਮੀ ਨੂੰ ਲੈ ਕੇ ਆਓ, ਉਹਨਾਂ ਤੋਂ ਫੋਨ ਕਰਵਾਤਾ। ਜਦੋਂ ਅਸੀਂ ਗਏ ਸੀਗੇ ਉਦੋਂ ਅਸੀਂ ਜਾ ਕੇ ਕੁਰਸੀਆਂ ਆਈਆਂ ਤੇ ਵੀ ਸਾਹਮਣੇ ਬੈਠ ਗਏ ਸੀਗੇ। ਉਦੋਂ ਆਏ ਉਹ ਸੀਸੇ ਵਿੱਚ ਦੀ ਦਿਸਦਾ ਸੀਗਾ ਵੀ ਗੇੜੇ ਲਵਾਈ ਜਾਂਦੇ ਸੀਗੇ, ਭੱਜਿਆ ਫਿਰਦਾ ਦਿਸਦਾ ਸੀਗਾ ਸਾਨੂੰ। ਫਿਰ ਉਹਨਾਂ ਨੇ ਲਿਆ ਕੇ ਵੀ ਐਂ ਕੰਧ ਜੀ ਤੇ ਮੇਰੇ ਬਰਾਬਰ ਹੀ ਬੈਠ ਗਿਆ ਸੀਗਾ। ਜਦੋਂ ਲੈ ਕੇ ਆਏ ਸੀਗੇ ਤੇ ਉਦੋਂ ਉਹ ਕਹਿਣ ਲੱਗ ਗਿਆ ਵੀ ਹਾਂ ਕਿਨੇ ਦਮਕਸੀ ਜੀ ਕਿਵੇਂ ਲੱਗ ਰਹੀ ਹੈਗੀ, ਕਹਿੰਦੇ ਓਕੇ ਸਾਹ ਕਿਵੇਂ ਲੈਣਾ ਢੰਗ ਜੇ ਕਰਦਾ। ਉਹ ਕਹਿਣ ਲੱਗਿਆ ਨਹੀਂ ਜੀ, ਕਹਿੰਦਾ ਮੇਰਾ ਦਰਦ ਹੁੰਦਾ ਗਾ। ਉਹ ਐਂ ਕੀ ਸਰਕੇ ਉੱਥੋਂ ਕੰਧ ਜੀ ਦੇ ਉੱਤੋਂ ਉਹ ਥੱਲੀ ਨਾਲ ਹੀ ਟੂਈ ਲਾ ਕੇ ਬੈਠ ਗਿਆ ਸੀਗਾ। ਉਹ ਪਾਣੀ ਮੰਗਣ ਲੱਗ ਗਿਆ ਸੀ ਉਹਨਾਂ ਤੋਂ, ਕਹਿੰਦਾ ਜੀ ਮੈਨੂੰ ਪਾਣੀ ਦੇ ਦਿਓ, ਕਹਿੰਦਾ ਪਾਣੀ ਦੇ ਦਿਓ। ਉਹ ਕਹਿੰਦੇ ਵੀ ਹੁਣ ਤਾਂ ਤੈਨੂੰ ਪਿਆਇਆ ਸੀਗਾ ਪਾਣੀ, ਕਹਿੰਦੇ ਘਰੇ ਜਾ ਕੇ ਪੀ ਪਾਣੀ। ਫਿਰ ਵੀ ਉਹ ਕਹਿੰਦਾ ਜੀ ਮੈਨੂੰ ਥੋੜ੍ਹਾ ਜਿਹਾ ਪਾਣੀ ਦੇ ਦਿਓ। ਉਹਨਾਂ ਨੇ ਫਿਰ ਵੀ ਪਾਣੀ ਨਹੀਂ ਦਿੱਤਾ। ਉਹਨਾਂ ਨੇ ਮੇਰੇ ਤੋਂ ਅੰਗੂਠਾ ਲਵਾ ਲਿਆ ਸੀਗਾ, ਕਹਿੰਦੇ ਵੀ ਤੂੰ ਬਲਾਡੇ ਦੇ ਵਿੱਚ ਰਹਿਣਾ ਨਹੀਂ ਹੈਗਾ ਗਾ। ਮੈਂ ਕਿਹਾ ਜੀ ਠੀਕ ਆ, ਮੈਂ ਕਿਹਾ ਵੀ ਮੈਂ ਲੈ ਕੇ ਵਗ ਜੂੰਗੀ ਤੜਕੇ। ਫਿਰ ਉਹਨਾਂ ਨੇ ਐਂ ਵੀ ਆਖਿਆ ਵੀ ਜਾਣ ਤੋਂ ਪਹਿਲਾਂ ਇੱਕ ਵਾਰੀ ਵੀ ਉਰੇ ਆਇਓ 8 ਵਜੇ। ਫਿਰ ਜਦੋਂ ਵੀ ਅਸੀਂ ਲੈ ਕੇ ਆ ਗਏ ਸੀਗੇ, ਉਸ ਤੋਂ ਬਾਅਦ 'ਚ ਜਮਾ ਵੀ ਐਂ ਝੂਟੇ ਜਿਹੇ ਮਾਰਨ ਲੱਗ ਗਿਆ ਸੀ। ਮੋਟਰਸਾਈਕਲ 'ਤੇ ਬਿਠਾਏ ਹੀ ਮੈਂ ਉਹਨੂੰ ਹੱਥ ਫੜ ਕੇ ਬੈਠੀ ਰਹੀ ਸੀਗੀ। ਜਦੋਂ ਉਦੋਂ ਬਾਅਦ 'ਚ ਅਸੀਂ ਘਰੇ ਲੈ ਕੇ ਆ ਗਏ, ਜੋ ਉਤਾਰ ਕੇ ਮੋਟਰਸਾਈਕਲ ਤੋਂ ਆਏ ਮੈਂ ਲੈ ਕੇ ਜਾਣ ਲੱਗੀ, ਜਦੋਂ ਬਾਂਹ ਫੜੀ ਉਹਦੀ, ਉਹ ਐਂ ਲੁਟਕ ਗਿਆ। ਜਦੋਂ ਲੁਟਕ ਗਿਆ ਉਸਨੂੰ ਮੈਂ ਆਖਿਆ ਮਨਪ੍ਰੀਤ ਪਿੱਛੋਂ ਦੀ ਹੱਥ ਪਾ ਲਿਆ। ਮੈਂ ਕਿਹਾ ਮਨਪ੍ਰੀਤ ਕੀ ਹੋ ਗਿਆ, ਐਂ ਕਿਉਂ ਲੁਟਕ ਗਿਆ? ਕਹਿੰਦਾ ਮੰਮੀ ਮੇਰਾ ਸੱਤ ਨਿਕਲ ਗਿਆ, ਕਹਿੰਦਾ ਨਾਲੇ ਪੁਲਿਸ ਵਾਲੇ ਨੇ ਜਦੋਂ ਮੈਨੂੰ ਕੁੱਟਿਆ ਕਹਿੰਦਾ ਉਦੋਂ ਮੇਰੀ ਲੈਟਰਿੰਗ ਨਿਕਲ ਗਈ। ਮੈਂ ਕਿਹਾ ਕੋਈ ਗੱਲ ਨਹੀਂ ਪੁੱਤ, ਮੈਂ ਘਰੇ ਜਾ ਕੇ ਧੋ ਦੂੰਗੀ। ਮੈਂ ਜੀ ਮੇਰੇ ਹੱਥ 'ਚ ਫੋਨ ਸੀਗਾ, ਮੁੰਡੇ ਨੂੰ ਫੋਨ ਕੀਤਾ ਛੋਟੇ ਨੂੰ, ਉਹਦੀ ਆ ਗਿਆ ਸੀਗਾ। ਉਹ 3 ਜਣੇ ਆ ਗਏ ਸੀਗੇ, ਇੱਕ ਗਵਾਂਢੀਆਂ ਦਾ ਮੁੰਡਾ ਸੀਗਾ, ਇੱਕ ਮੇਰਾ ਮੁੰਡਾ ਤੇ ਕੁੜੀ ਸੀਗੇ। ਉਹ ਆ ਗਏ, ਅਸੀਂ ਚੱਕ ਕੇ ਉਸ ਨੂੰ ਨਾ ਤੇ ਜਦੋਂ ਲਿਜਾ ਕੇ ਨਹਾਉਣੇ ਦੇ ਵਿੱਚ ਧੋ ਕੇ ਅਸੀਂ ਮੰਜੇ ਤੇ ਪਾਇਆ। ਉਦੋਂ ਬਾਅਦ 'ਚ ਉਹਦੀ ਜ਼ਬਾਨ ਤਤਲ ਆ ਗਈ ਸੀਗੀ। ਉਹ ਕਹਿੰਦਾ ਮੰਮੀ ਮੇਰੀਆਂ ਅੰਦਰਾਂ ਠਰੀ ਜਾਂਦੀਆਂ ਗਈਆਂ। ਮੈਂ ਉਹਦੇ ਮੂੰਹ ਕੋਲੇ ਕੰਨ ਲਾ ਕੇ ਉਹਦੀਆਂ ਆਵਾਜ਼ਾਂ ਦੀ ਸਮਝ ਲੈਂਦੀ ਸੀਗੀ। ਉਸ ਨੂੰ ਚੱਕ ਕੇ ਅਸੀਂ ਅੰਦਰ ਲੈ ਗਏ ਸੀਗੇ। ਜਦੋਂ ਅੰਦਰ ਲੈ ਗਏ ਸੀਗੇ ਉਦੋਂ ਨਾਲ ਤਾਂ ਉਹ ਲੱਤਾਂ ਬਾਹਾਂ ਮਾਰਨ ਲੱਗ ਗਿਆ ਸੀਗਾ, ਨਾਲੇ ਉਹ ਕਹਿਣ ਲੱਗ ਗਿਆ ਕਹਿੰਦਾ ਮੰਮੀ ਮੈਨੂੰ ਤੜਕੇ ਥਾਣੇ ਦੇ ਵਿੱਚ ਬੁਲਾਇਆ ਗਾ, ਲੈ ਕੇ ਨਾ ਜਾਈ। ਮੈਂ ਕਿਹਾ ਨਹੀਂ ਪੁੱਤ ਲੈ ਕੇ ਨਹੀਂ ਜਾਂਦੀ। ਕਹਿੰਦਾ ਮੰਮੀ ਮੈਨੂੰ 7 ਜਣਿਆਂ ਨੇ ਕੁੱਟਿਆ ਸੀਗਾ, ਕਹਿੰਦਾ ਤੇ ਮੈਂ ਅੱਖਾਂ ਹੀ ਚੜਾਉਂਦਾ ਸੀਗਾ। ਮੈਂ ਕਿਹਾ ਕਹਿੰਦਾ ਨਾਲੇ ਮੇਰੇ ਮੰਮੀ ਮਸ਼ੀਨ ਲਾਉਣਗੇ, ਕਹਿੰਦਾ ਤੜਕੇ ਮੈਨੂੰ ਲੈ ਕੇ ਨਾ ਜਾਈ। ਉਹ ਪੂਰਾ ਡਰਿਆ ਹੋਇਆ ਸੀਗਾ, ਲੱਤਾਂ ਬਾਹਾਂ ਮਾਰਦਾ ਸੀ। ਜਦੋਂ ਉਹਨੇ ਅੱਖਾਂ ਹੀ ਚੜਾਉਣ ਲੱਗਿਆ ਮੈਂ ਕਿਹਾ ਮਨਪ੍ਰੀਤ ਤੂੰ ਅੱਖਾਂ ਹੀ ਨਾ ਚੜਾ ਪੁੱਤ, ਮੈਨੂੰ ਡਰ ਲੱਗਦਾ ਗਾ। ਮੈਂ ਕਿਹਾ ਤੂੰ ਐਂ ਕਿਉਂ ਕਰ ਦਾਂਗਾ? ਕਹਿੰਦਾ ਮੰਮੀ ਮੇਰੀਆਂ ਅੱਖਾਂ ਦੇ ਵਿੱਚ ਪਤਾ ਨਹੀਂ ਕਹਿੰਦਾ ਕੀ ਪਾਊਡਰ ਜਿਹਾ ਪਾਇਆ ਗਾ। ਕਹਿੰਦਾ ਉਦੋਂ ਬਾਅਦ 'ਚ ਜੀ ਬਸ ਲੱਤਾਂ ਬਾਹਾਂ ਜਿਹੀਆਂ ਮਾਰਦਾ ਥੋੜ੍ਹੀ ਜਿਹੀ ਚਿਰ ਉਹਨੇ ਵੀ ਤੰਗਰੀੜ ਜੀ ਲੈਤੀ, ਕਿਉਂਕਿ ਉਹਦੇ ਵੀ ਬਾਥਰੂਮ ਵਾਲੇ ਥਾਂ ਵੀ ਬਹੁਤ ਜ਼ਿਆਦਾ ਸੱਟ ਵੱਜੀ ਹੋਈ ਸੀਗੀ। ਉਹਨੇ ਦੋਨੇ ਹੱਥ ਪਾ ਕੇ ਜਦੋਂ ਤੰਗਰੀੜ ਜੀ ਲੈਤੀ, ਉਹਦੀ ਮੇਰੀ ਬੁੱਕਲ ਦੇ ਵਿੱਚ ਹੀ ਪਏ ਦੀ ਜਾਨ ਨਿਕਲ गई ਸੀ। इस मामले में विजय सांपला का कहना है कि ऐसी कमीशन को रोकना, खासकर दलित के घर जाने से रोकने पर भी ऐसी एक्ट लगता है। मैं इत्थे आया सी कि मनप्रीत जिहड़ा आ एक लड़का जिहड़ा जिहदी पुलिस कस्टडी दे विच टॉर्चर करन तो बाद उहदी डैथ हो गई सी और उहदे परिवार वालों जिहड़ा बार-बार रिक्वेस्ट की जा रही सी कि साडी सुनवाई नहीं हो रही और साढ़े तो कोई भी परचा नहीं जोड़ा किया गया क्योंकि मुंडे का मर्डर होया और उस दे तत्थां ते मैं देखने के लिए उस स्पॉट विजिट के लिए क्योंकि असी पहला भी नोटिस तो किए सी पर साढ़े भी वो नोटिस का जवाब ना होने करके सानू इत्थे आना पिया जी। और जदों इत्थे आए तो देखने को मिलिया कि अणसुखावीआं घटना भी घटनियां शुरू हो गई जी, क्योंकि एक दलित की जो कोई डैथ होंदी है और अगर वो कोई कार्रवाई नहीं होंदी तो अनुसूचित जाति कमीशन का काम है उन्होंने न्याय दिवाउण दे लई उहदे कोल जाना और उन्होंने किसी होर मुद्दों के उत्ते किसी दे अपने वखरे निजी स्वार्थां करके असी कमीशन का काम नहीं रोक सकते।
सो पर ऐसी सी कि किसी नूं कहंदे समझदार नूं तो समझाया जा सकदा, पर जिहड़ा समझना ही ना चाहे, क्योंकि साडे पिंडां 'च कहंदे भी सुत्ते नूं तो जगाया जा सकदा पर मचले नूं नहीं। और अज जे कोई समझना ना चाहे, जबकि मेरा उस इशू दे नाल कोई लेना देना नहीं, मेरा एक संविधानिक पद है और संविधानिक पद होने के नाते ही मैं इत्थे आया और उस नाते ही मैं उत्थे जाना, और मैनू जिहड़े लीगली कोई रोक नहीं सकता। इस करके जिन्हां ने रोकया, क्योंकि पुलिस ने भी रिक्वेस्ट की सी कि लॉ एंड ऑर्डर की स्थिति थोड़ी गड़बड़ा सकती है, पर असी भी अपना दिमाग नूं इस्तेमाल करते हुए स्थिति ना गड़बड़ाए असी इत्थे बैठे, और 3-4 घंटे इन्हां दे प्रयास तो बाद भी जदों वो नहीं हटे तो फिर असी भी इन्हां नूं हदायत दित्ती है, डायरैक्शन दित्ती कि इमीडिएटली किसानां दे नां दे उत्ते बैठे जिहड़े वो दोषियों की हमायत करने लई और दलितां ते अत्याचार करन वालियां दे नाल खड़े होण वाले व्यक्तियों के उत्ते जिहड़े कमीशन का रास्ता रोकते हैं उन्हां दे उत्ते भी एक परचा होर कीता जावे। और जिहड़े मैं तुहानूं दस दियां कि असीं तां ही इत्थे उदों ते बैठे सी कि जां तां असीं जावांगे जां असीं उहदे ते FIR करांगे। हुण FIR हो गई उन्हां दे खिलाफ? उन्हां दे उत्ते FIR हुण हो गई है, FIR नंबर 75 है ना, तो बाद दस देणगे तुहानूं कि मैनू जो दसता गया कि FIR जिहड़ी आ वो ਭਿੱਖੀ थाणे दे ਭਿੱਖੀ थाणे दे विच PS ਭਿੱਖੀ थाणा FIR नंबर 75 उन्हां ते दर्ज कर दित्ती गई, क्योंकि SC कमीशन का रास्ता रोकना और SC दे घर जाण तो रोकना और उहदे रोकण दा भी एक जिहड़ा SC एक्ट उहदे ते लगदा, और ये बिना वजह दे उत्ते किसी होर अपने स्वार्थ दे लई रोके गए रास्ते दे लई ताकि ये पिरत जिहड़ी पूरे पंजाब 'च ना पवे। इस करके उहदे ते परचा जिहड़ा उन्हां ते भी बच्चे दी मौत होई उस मामले दा मैं उहदे ते तुसीं सवाल ही जिहड़ा कीता मैं उहदा जवाब दे रहा। मैं उहदे ते लास्ट जाना सी, इस सवाल ते मैं लास्ट जाना सी, तुसीं सवाल ही पहलां वो कीता है। हुण जिहड़ा है कि बच्चा जिहदी डैथ हुई है मनप्रीत जिहड़ा सिंह सीगा, मनजीत सिंह दा पुत्तर सीगा, उहदे परिवार नूं भी मैं इत्थे बुलाया, प्रशासन दे नाल DC साहब SSP साहब IG साहब असीं सारे बैठे हैं और उहदे च भी जिहड़ी कार्रवाई हुई है कि एक SC एक्ट दे विच ही उहदी FIR होएगी, 302 तो लगेगी, नाल उहदे SC एक्ट भी लगेगा, और जो भी FIR जिहड़ी है SC एक्ट दे विच भी उहदे ते लगेगी। उहदे च उहदा मुआवजा जिहड़ा डैथ तो बाद वो 8.25 लाख हुंदा, उहदा 50% जिहड़ा आ वो पहलां दित्ता जांदा FIR दे नाल ही, बाकी उहनूं बाद च दित्ता जांदा है। सो जिहड़ा वो भी DC साहब नाल हो गया, वो कल या सोमवार तक उन्होंने कहा कि मंगलवार तो डिले नहीं होना चाहिए कि जिहड़ा वो 4,12,500 रुपया उन्होंने वो मुआवजा दे दिता जाएगा। DC बनी? हाँ जी, DC बनी को तो कमीशन बनी की हेल्प नहीं, कमीशन वालों कोई नहीं हुंदा, कमीशन जिहड़ा सरकार दियां स्कीमां नूं उन्हां नूं लागू करता है। ये जिहड़ा सरकार दा प्रिवेंशन ऑफ एट्रोसिटी एक्ट दे मुताबिक ही उन्होंने 8.25 लाख रुपया है, वो कमीशन नहीं दिंदा, क्योंकि वो एक फैडरल सिस्टम दे विच एक सिस्टम है डिप्टी कमिश्नर राही जाता है। सो डिप्टी कमिश्नर साहब उन्होंने वो डिसबर्स करनगे। परिवार सैटिस्फाइड है जी? मैं हले गल खत्म नहीं की, फिर तुसीं कहना कि होर नहीं कीता, फिर तुसीं विच सवाल होर पहले मैनूं खत्म कर दिओ, फिर उस तो बाद सवाल कर लिओ। उहदे नाल एक जिहड़ा छोटा भरा है ਉਹਦੀ उम्र 17 साल है। इसे दे विच ही हुंदा कि जो कोई परिवार दे विच उहदा कोई क्योंकि जांदा है 18 साल बच्चा जांदा है तो उहदे तो बाद जिहड़ा कोई परिवार 'च 18 साल तो घੱਟ होवे और उहनूं ग्रैजुएशन तक दी जिहड़ी प्रावधान भी आ वो इहदे 'च दित्ता जांदा, जिहदे लई DC साहब नूं भी और SSP साहब नूं भी कह दित्ता गया कि इहदे प्रावधान करना। और 18 साल बाद होण तो बाद अगर वो कोई कहे कि मैं पढ़ना नहीं है तो नौकरी करना, तो नौकरी का प्रावधान भी है। और क्योंकि इन्हों को अपना मकान नहीं है, पर वो पुछया परिवार को उन्होंने को प्लाट है, वो मकान उसारी के लिए भी इस PO एक्ट के तहत ही उन्होंने जोड़ा DC साहब उन्होंने ग्रांट देंगे, उन्होंने मकान की उसारी करवा के देंगे। और नाल जोड़ा अगला कि इस जी पेंशन जी माता की पेंशन भी होंगी है, वो 5,000 रुपये तक पेंशन का प्रावधान इस PO एक्ट के तहत ही है। और वो पेंशन का भी प्रावधान जोड़ा प्रोसैस जोड़ा वो DC साहब, क्योंकि ये चीज़ां एडमिनिस्ट्रेटिव पार्ट दियां ने जिन्होंं DC साहब इंप्लीमेंट करनगे
ਜਿਹੜੀ ਉਹਦੇ ਤੇ ਦੂਸਰੀ ਸੀ ਕ੍ਰਿਮੀਨਲ ਕਾਰਵਾਈ ਕਰਦੇ ਸੀ, ਉਹਦੇ ਤੇ ਕ੍ਰਾਈਮ ਦੇ ਉੱਤੇ ਜਿਹੜੇ ਐਸਐਸਪੀ ਸਾਹਿਬ ਕਰਨਗੇ। ਔਰ ਉਹਦੇ ਤੇ ਵੀ ਜਿਹੜੀ ਬੱਚੇ ਦੀ ਡੈਥ ਤੋਂ ਬਾਅਦ ਹਾਲੇ ਤੱਕ ਐਫਆਈਆਰ ਨਹੀਂ ਸੀ ਹੋਈ, ਉਹ ਵੀ 69 ਨੰਬਰ ਜਿਹੜੀ 69 ਪੀਐਸ ਸਿਟੀ ਬੁਢਲਾਡਾ ਉਹਦੇ ਵਿੱਚ ਐਸਸੀ ਐਕਟ ਦੇ ਤਹਿਤ ਉਹ ਵੀ ਐਫਆਈਆਰ ਦਰਜ ਕਰ ਦਿੱਤੀ ਗਈ ਆ। ਔਰ ਜਿਹੜੀ ਉਸੇ ਦਰਜ ਤੋਂ ਬਾਅਦ ਹੀ ਇਹ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਉਹ ਉਹਨੂੰ ਸਹੂਲਤਾਂ ਮਿਲ ਪਾਉਣਗੀਆਂ। ਇਹ ਪਰਿਵਾਰ ਦੇ ਨਾਲ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਕੇ ਪ੍ਰਸ਼ਾਸਨ ਔਰ ਪਰਿਵਾਰ ਦੇ ਵਿੱਚ ਹੁਣੇ ਜਿਹੜੀ ਸਾਡੀ ਲਾਸਟ ਗੱਲ ਹੋਈ ਉਹਦੇ 'ਚ ਇਹ ਚੀਜ਼ਾਂ ਤੈਅ ਹੋਈਆਂ। ਸੰਭਾ ਜੀ, ਜਿਹੜਾ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਕਿੰਨੇ ਪੁਲਿਸ ਮੁਲਾਜ਼ਮਾਂ ਤੇ ਕਰਾਇਆ ਗਿਆ? ਕਿਹੜਾ ਇਹ 302 ਦਾ ਪਰਚਾ ਜਿਹੜਾ 69 ਦੀ ਗੱਲ ਕਰ ਰਹੇ ਨੇ? ਫਿਲਹਾਲ ਤਾਂ ਐਸਐਚਓ ਨੂੰ ਸਸਪੈਂਡ ਕੀਤਾ। ਉਹਦੇ ਤੇ ਕਿ ਦੋਸ਼ੀ ਇੰਚਾਰਜ ਤਾਂ ਐਸਐਚਓ ਹੁੰਦਾ ਨਾ, ਐਸਐਚਓ ਦੱਸੇ ਕਿ ਇਹਦੇ 'ਚ ਹੋਰ ਕੌਣ ਸੀ, ਕਿਉਂਕਿ 23 ਸੱਟਾਂ ਜਿਹੜੀਆਂ ਉਹਦੇ ਜਿਸਮ ਦੇ ਉੱਤੇ ਜਿਹੜੀਆਂ ਪਾਈਆਂ ਗਈਆਂ ਪੋਸਟਮਾਰਟਮ ਦੀ ਰਿਪੋਰਟ 'ਚ, ਔਰ ਗਲੇ ਦੇ ਵਿੱਚ ਉਹਦੇ ਮਤਲਬ ਖੂਨ ਦੀਆਂ ਵੀ ਜਿਹੜੇ ਤੱਥੇ ਪਾਏ ਗਏ। ਸੋ ਇਸ ਚੀਜ਼ਾਂ ਨੂੰ ਬਾਕੀ ਤਾਂ ਕਿਉਂਕਿ ਇੰਚਾਰਜ ਐਸਐਚਓ ਆ, ਉਹ ਇਹਨਾਂ ਦਾ ਪਾਰਟ ਰਹੇਗਾ ਔਰ ਉਸ ਪਾर्ट ਦੇ ਵਿੱਚ ਕੌਣ ਹੋਰ ਦੋਸ਼ੀ ਸੀਗੇ ਉਹ ਦੇਖ ਕੇ ਦੱਸਣਗੇ। बाकी तुसी कुछ एसएसपी साहब ने पूछना। बता दें कि मानसा के नजदीकी गांव में मनप्रीत नाम के युवक की मृत्यु हुई थी और पुलिस पर आरोप लगे थे कि पुलिस ने उसके साथ मारपीट की है, जिसके चलते मनप्रीत की मृत्यु हुई है। अब बड़ा सवाल यह है कि विजय सांपला युवक के गांव गए ही नहीं और उनका किसानों के साथ सामना भी नहीं हुआ, तो फिर किसानों पर मामले दर्ज क्यों किए गए हैं? अब देखना होगा कि किसान नेता इस मामले में क्या प्रतिक्रम देते हैं। ब्यूरो रिपोर्ट D5 चैनल हिंदी।